ਦਿੱਲੀ ਨਾਲ ਤਾਂ ਸਾਡੀ ਜਾਰੀ ਹੈ ਕਿਉਂ ਹੈ ਨਹੀਂ ਜੀ ਸਿੰਘ ਸਾਹਿਬ ਕਹਿੰਦੇ ਨਿੱਜੀ ਕੰਮ ਨਹੀਂ ਲਿਆ ਜੀ, ਕੋਈ ਨਿੱਜੀ ਕੋਈ 1 ਰੁਪਈਏ ਦਾ ਕੰਮ ਨਹੀਂ ਲਿਆ। ਜਦੋਂ ਗੱਲ ਕੀਤੀ ਹੈ ਖੋ ਕੇ ਕੀਤੀ ਹੈ, ਸੰਸਥਾ ਦੀ ਕੀਤੀ ਹੈ, ਪੰਥ ਦੀ ਕੀਤੀ ਹੈ ਔਰ ਪੰਥਕ ਸੋਚ ਦੀ ਕੀਤੀ ਕਿ ਮੈਂ ਪ੍ਰੈਸ਼ਰ ਨਹੀਂ ਮੰਨਾਂਗਾ। ਜਿੱਦੇ ਮੇਰੇ ਤੇ ਪ੍ਰੈਸ਼ਰ ਆਇਆ ਮੈਂ ਘਰ ਚੱਲ ਜਾਵਾਂਗਾ, ਮੈਂ ਘਰੇ ਚਲਾ ਗਿਆ। ਪਰ ਜਿਹੜਾ ਅੰਦਾਜ਼ ਉਹਨਾਂ ਦਾ ਨਜ਼ਰ ਆਇਆ ਉਹ ਕੁਝ ਜ਼ਿਆਦਾ ਹੀ ਸ਼ਾਇਦ ਰਿਲੈਕਸਡ ਹੋ ਗਏ, ਜਿਸ ਕਰਕੇ ਹੁਣ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਕਿ ਆਖਿਰਕਾਰ ਤੁਸੀਂ ਮਰਿਆਦਾ ਭੁੱਲ ਗਏ ਹੋ। ਤੁਸੀਂ ਅੰਦਰ ਬੇਸ਼ੱਕ ਬੈਠੇ ਹੋ ਪਰ ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਸੇਵਾ ਮੁਕਤ ਹੋ ਗਏ ਹੋ, ਪਰ ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਉਸ ਦੀ ਇੱਕ ਮਰਿਆਦਾ ਹੁੰਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੱਚੀਆਂ ਤੇ ਕੌੜੀਆਂ ਗੱਲਾਂ ਕਰਤੀਆਂ ਸੀ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟੌਪ ਦੇ ਲੀਡਰ ਨੇ ਉਹਨਾਂ ਨੂੰ ਪਸੰਦ ਨਹੀਂ ਆਈਆਂ। ਹਾਸੇ ਦੇ ਵਿੱਚ ਉਹ ਕਈ ਚੁਭਵੀਆਂ ਗੱਲਾਂ ਵੀ ਕਹਿ ਗਏ ਨੇ ਤੇ ਸਭ ਨੂੰ ਸਾਫ਼ ਸਮਝ ਆ ਰਿਹਾ ਸੀ। ਉਹ ਸਾਫ਼ ਤੌਰ ਤੇ ਕਹਿੰਦੇ ਮੈਂ ਪਹਿਲਾਂ ਹੀ ਇੱਕ ਗੱਲ ਕਹੀ ਸੀ ਕਿ ਜਿਸ ਦਿਨ ਮੇਰੇ ਤੇ ਪ੍ਰੈਸ਼ਰ ਆਇਆ ਮੈਂ ਉਸ ਦਿਨ ਇੱਥੋਂ ਚਲਾ ਜਾਵਾਂਗਾ, ਤੇ ਕਹਿੰਦੇ ਮੈਂ ਘਰ ਚਲਾ ਗਿਆ। ਤਾਂ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਨੇ, ਇਹਨਾਂ ਦੇ ਲੌਂਗ ਟਰਮ ਕਨਸੀਕੁਐਂਸਿਸ ਕੀ ਹੁੰਦੇ ਨੇ ਉਹ ਦੇਖਣ ਵਾਲੀਆਂ ਗੱਲਾਂ ਹੈਗੀਆਂ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਇਹ ਸਾਰੀ ਚੀਜ਼ ਨੂੰ ਜਿਹੜੇ ਵਾਈਡਰ ਪਰਸਪੈਕਟਿਵ ਹੁੰਦਾ ਹੁਣ ਦੂਜੇ ਪਾਸੇ ਹੁਣ ਕਿਉਂਕਿ ਅੱਜ ਵੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਨੇ, ਉਹਨਾਂ ਦੇ ਕੋਲ ਇਹ ਵੀ ਸਵਾਲ ਕੀਤਾ ਗਿਆ ਕਿ ਹੁਣ ਬਾਹਰਲੇ ਪਾਸੇ ਵੀ ਚਰਚਾਵਾਂ ਹੋ ਗਈਆਂ ਨੇ ਕਿ ਤੁਹਾਨੂੰ ਉੱਥੇ ਵੀ ਜਥੇਦਾਰ ਨਹੀਂ ਰਹਿਣਾ ਚਾਹੀਦਾ, ਤੇ ਉਹਨਾਂ ਨੇ ਬੜੇ ਹੱਸ ਕੇ ਵੈਸੇ ਕਿਹਾ, ਕਹਿੰਦੇ ਮੈਂ ਤਾਂ 1 ਮਿੰਟ ਦੇ ਵਿੱਚ ਅਹੁਦਾ ਛੱਡਣ ਦੇ ਲਈ ਤਿਆਰ ਹਾਂ। ਇਹ ਨਿੱਕੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਇਰੈਲੇਵੈਂਟ ਗੱਲਾਂ ਨੇ, ਉਹਨਾਂ ਨੂੰ ਖੜਾ ਕਰ ਦਿੱਤਾ ਵੱਡੇ ਮਸਲੇ ਬਣਾ ਕੇ, ਇੱਕ ਬੰਦੇ ਨੂੰ ਇੰਡੀਵਿਜੂਅਲੀ ਟਾਰਗੇਟ ਕਰਕੇ ਵੱਡੇ ਮਸਲਿਆਂ ਤੋਂ ਧਿਆਨ ਭਟਕ ਜੇ। ਜਿਹੜੇ ਸਰਬ ਸਾਂਝੇ ਮਸਲੇ ਨੇ ਪੰਥ ਦੇ, ਉਹਨਾਂ ਉੱਤੇ ਕਿੰਨੀ ਚਰਚਾ ਹੋ ਰਹੀ ਹੈ। ਅਕਸਰ ਜਦੋਂ ਅਸੀਂ ਕਿਸੇ ਕੰਮ ਤੋਂ ਮੁਕਤ ਹੁੰਨੇ ਆ, ਰਿਟਾਇਰ ਹੁੰਨੇ ਆ, ਚਾਹੇ ਉਹ ਸਾਡੀ ਜੌਬ ਹੋਵੇ ਜਾਂ ਕੋਈ ਵੀ ਅਹੁਦੇ ਤੋਂ ਜਦੋਂ ਬੰਦਾ ਰਿਟਾਇਰ ਹੁੰਦਾ ਹੈ, ਸੇਵਾ ਮੁਕਤ ਹੁੰਦਾ ਹੈ, ਤਾਂ ਇੱਕ ਅੰਦਾਜ਼ ਥੋੜਾ ਜਿਹਾ ਬਦਲਾ ਜ਼ਰੂਰ ਨਜ਼ਰ ਆਉਂਦਾ ਹੈ, ਕਿਉਂਕਿ ਥੋੜਾ ਜਿਹਾ ਰਿਲੈਕਸੇਸ਼ਨ ਮੋਡ ਹੋ ਜਾਂਦਾ ਹੈ ਕਿ ਹੁਣ ਜਿਹੜੀਆਂ ਜ਼ਿੰਮੇਵਾਰੀਆਂ ਸੀ, ਜਿਹੜਾ ਇੰਨਾ ਪ੍ਰੈਸ਼ਰ ਹੁੰਦਾ ਸੀ, ਜਿਹੜੀ ਟਾਈਮਿੰਗ ਹੁੰਦੀ ਸੀ, ਸਪੋਜ਼ ਅਸੀਂ ਆਫਿਸ ਹੀ ਜਾਣਾ ਹੋਵੇ ਕਿ 9 ਤੋਂ 5 ਜਾਣਾ ਹੈ, ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਪਰ ਇਹ ਰਿਲੈਕਸੇਸ਼ਨ ਦਾ ਅੰਦਾਜ਼ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਨਜ਼ਰ ਆਇਆ ਹੈ ਉਹ ਇਸ ਵੇਲੇ ਜ਼ਰੂਰ ਚਰਚਾ ਦੇ ਵਿੱਚ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਵਿਦੇਸ਼ ਦੌਰੇ ਤੋਂ ਵਾਪਸ ਆਏ, ਪਹੁੰਚੇ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ, ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ। ਪਰ ਜਿਹੜਾ ਅੰਦਾਜ਼ ਉਹਨਾਂ ਦਾ ਨਜ਼ਰ ਆਇਆ ਉਹ ਕੁਝ ਜ਼ਿਆਦਾ ਹੀ ਸ਼ਾਇਦ ਰਿਲੈਕਸਡ ਹੋ ਗਏ, ਜਿਸ ਕਰਕੇ ਹੁਣ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਕਿ ਆਖਿਰਕਾਰ ਤੁਸੀਂ ਮਰਿਆਦਾ ਭੁੱਲ ਗਏ ਹੋ। ਤੁਸੀਂ ਅੰਦਰ ਬੇਸ਼ੱਕ ਬੈਠੇ ਹੋ ਪਰ ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਸੇਵਾ ਮੁਕਤ ਹੋ ਗਏ ਹੋ, ਪਰ ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਉਸ ਦੀ ਇੱਕ ਮਰਿਆਦਾ ਹੁੰਦੀ ਹੈ। ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਅੰਮ੍ਰਿਤ ਵਰਦੀ ਤੇ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਹਾਸੇ ਠੱਠੇ ਦੀ, ਜਿਸ ਨੂੰ ਲੈ ਕੇ ਇਸ ਵੇਲੇ ਪੰਜਾਬ ਦੇ ਵਿੱਚ ਚਰਚਾ ਛਿੜ ਗਈ ਹੈ ਤੇ ਮਾਮਲਾ ਦਿੱਲੀ ਤੱਕ ਫਿਰ ਇੱਕ ਵਾਰ ਗਰਮਾਉਂਦਾ ਜਾ ਰਿਹਾ ਹੈ। ਤੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ ਹਾਜ਼ਰ ਨੇ। ਸ਼ੁਭਕਰਮਨ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਅੰਮ੍ਰਿਤ। ਸ਼ੁਭਕਰਮਨ, ਸਭ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਵੀਡੀਓ ਦੇਖੀ ਹੈ, ਅਸੀਂ ਦੇਖਿਆ ਕਿ ਸ਼ੁਰੂਆਤ ਹੁੰਦੀ ਹੈ ਬੜੇ ਸੀਰੀਅਸ ਤਰੀਕੇ ਨਾਲ, ਉਹ ਦੱਸਦੇ ਨੇ ਕਿ ਕੀ ਕਾਰਨ ਸੀ, ਮੈਂ ਆਪ ਇੱਛਾ ਰੱਖੀ ਹੈ ਛੱਡਣ ਦੀ। ਹੌਲੀ-ਹੌਲੀ ਸਮਾਂ ਜਿਵੇਂ ਅੱਗੇ ਵੱਧਦਾ ਹੈ ਉਹ ਪ੍ਰੈਸ ਕਾਨਫਰੰਸ ਇੱਕ ਬੜੀ ਕੈਜੂਅਲ ਰੂਪ ਧਾਰ ਲੈਂਦੀ ਹੈ, ਤੇ ਸ਼ਾਇਦ ਉਹ ਰੂਪ ਕਿਸੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਦੇਖਿਆ ਸੀ ਜੋ ਉਹ ਸਾਨੂੰ ਨਜ਼ਰ ਆਇਆ। ਵਾਟਸ ਯੋਰ ਟੇਕ ਔਨ ਇਟ? ਦੇਖੋ, ਜੇ ਮੈਂ ਉਹ ਵੀਡੀਓ ਦੇਖੀ ਹੈ ਤਾਂ ਜਿਸ ਤਰ੍ਹਾਂ ਉਹ ਗੱਲਬਾਤ ਕਰ ਰਿਹਾ, ਇਨਫੈਕਟ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਸਾਰੀ ਪ੍ਰੈਸ ਕਾਨਫਰੰਸ ਉਹਨਾਂ ਦੀ ਸੁਣੀ ਹੈ। ਠੀਕ ਹੈ, ਉਹ ਇੱਕ ਲਾਈਟ ਹਾਰਟਡ ਉਹਨਾਂ ਨੇ ਗੱਲ ਕੀਤੀ ਹੈਗੀ ਹੈ। ਉਹਦਾ ਜਿਸ ਤਰ੍ਹਾਂ ਦਾ ਇੱਕ ਪ੍ਰਚਾਰ ਹੋ ਰਿਹਾ, ਉਹਨੂੰ ਇੱਕ ਪ੍ਰੋਪੋਗੇਟ ਕਰਕੇ ਹਾਈਲਾਈਟ ਕੀਤਾ ਜਾ ਰਿਹਾ ਹੈਗਾ, ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਵੀ ਉਹਦੇ ਪਿੱਛੇ ਇੱਕ ਪ੍ਰੋਪੋਗੈਂਡਾ ਲੱਗ ਰਿਹਾ ਹੈਗਾ ਵੀ ਕਿਵੇਂ ਉਹਨੂੰ ਹਾਈਲਾਈਟ ਕੀਤਾ ਜਾਵੇ, ਕਿਵੇਂ ਨਿਗਾਹਾਂ 'ਚ ਆਵੇ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸੱਚੀਆਂ ਤੇ ਕੌੜੀਆਂ ਗੱਲਾਂ ਕਰਤੀਆਂ ਸੀ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟੌਪ ਦੇ ਲੀਡਰ ਨੇ ਉਹਨਾਂ ਨੂੰ ਪਸੰਦ ਨਹੀਂ ਆਈਆਂ। SGPC ਦੇ ਬਹੁਤ ਸਾਰੇ ਮੈਂਬਰਾਂ ਨੂੰ ਪਸੰਦ ਨਹੀਂ ਆਈਆਂ। ਅੱਜ SGPC ਉਹ ਕਰ ਰਹੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਕਹਿ ਰਹੇ ਸੀ, ਸਲਾਹ ਦੇ ਰਹੇ ਸੀ ਵੀ ਤੁਸੀਂ ਆਪਣਾ YouTube ਚੈਨਲ ਬਣਾਓ, ਆਪਦੇ ਲੈਵਲ ਤੇ ਤੁਸੀਂ ਸਾਰੀਆਂ ਗੱਲਾਂ ਕਰੋ। ਤਾਂ ਇੱਕ ਬੰਦੇ ਨੂੰ ਹਟਾ ਦਿੱਤਾ ਗਿਆ, ਪਬਲਿਕ ਓਪੀਨੀਅਨ ਉਹਨਾਂ ਨਾਲ ਹੈ, ਸਭ ਕੁਝ ਉਹਨਾਂ ਨਾਲ ਹੈ, ਤਾਂ ਉਹ ਇੱਕ ਛੋਟੀ ਜਿਹੀ ਕਲਿੱਪ ਕੱਢ ਕੇ ਉਹਨਾਂ ਦੇ ਉੱਤੇ ਨੁਕਤਾਚੀਨੀ ਕਰਦੇ ਨਹੀਂ, ਉਹਦੇ ਖਿੱਲੀ ਉਡਾਉਂਦੇ ਨਹੀਂ, ਜਾਂ ਕਿਸ ਤਰ੍ਹਾਂ ਦੇ ਉਸ ਤੇ ਵਿਚਾਰ ਦੇ ਦੇਣੇ। ਮੈਂ ਜਿਵੇਂ ਆਪਾਂ ਪਹਿਲਾਂ ਵੀ ਕਿੰਨੀ ਵਾਰ ਗੱਲ ਕੀਤੀ ਹੈ ਫੇਸਬੁੱਕ ਦੀ, ਸੋਸ਼ਲ ਮੀਡੀਆ ਦੀ, ਇਹ ਆਮ ਹੈ, ਕੋਈ ਵੀ ਧਿਰ ਕਰ ਸਕਦੀ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਹੋਵੇ, ਉਹਨਾਂ ਨੂੰ ਨਹੀਂ ਚਾਹੁੰਦੀ ਹੋਵੇ ਵੀ ਉਹਨਾਂ ਨੂੰ ਇਹੋ ਜਿਹੀ ਸਿੰਪਥੀ ਕਿਉਂ ਮਿਲ ਰਹੀ ਹੈ, ਵੀ ਉਹਨਾਂ ਦੇ ਜਿਹੜੇ ਫੈਸਲੇ ਧਿਰਾਂ ਜਿਹੜੀ ਤਾਕਤਾਂ, ਖਾਸ ਤੌਰ ਤੇ ਸਾਰਾ ਇਲਜ਼ਾਮ ਤਾਂ ਬਾਦਲ ਪਰਿਵਾਰ ਤੇ ਜਾ ਰਿਹਾ ਨਾ, ਸੁਖਬੀਰ ਸਿੰਘ ਬਾਦਲ ਤੇ ਜਾ ਰਿਹਾ ਵੀ ਉਹਨਾਂ ਦੀ ਸਹਿਮਤੀ ਨਹੀਂ ਸੀ, ਉਹਨਾਂ ਦੀ ਲਾਈਨ ਨਹੀਂ ਟੋਕ ਕਰ ਰਹੇ ਸੀ, ਇਸ ਕਰਕੇ ਹਟਾਏ ਗਏ। ਤਾਂ ਉਹ ਜਿਹੜੇ ਫੈਕਸ਼ਨ ਹੈਗੀ ਆ, ਉਹ ਜਿਹੜੀ ਧਿਰ ਹੈਗੀ ਆ, ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ ਵੀ ਇਹ ਸਿੰਪਥੀ ਕਿਉਂ ਲੈ ਰਹੇ, ਵੀ ਸਾਡਾ ਸਾਰਾ ਫੈਸਲਾ ਜਿਹੜਾ ਹੈਗਾ ਸਾਡੇ ਦੇ ਉੱਤੇ ਭਾਂਡਾ ਫੋੜ ਦਿੱਤਾ ਗਿਆ ਵੀ ਤੁਹਾਡੇ ਕਰਕੇ ਹੋਇਆ, ਤੁਹਾਡੇ ਨਿੱਜੀ ਮੁਫਾਦਾ ਕਰਕੇ। ਸੋ ਇਹ ਸਾਰੀਆਂ ਗੱਲਾਂ ਮੈਂ ਤਾਂ ਉਹਨੂੰ ਇਸ ਤਰੀਕੇ ਨਾਲ ਦੇਖ ਰਿਹਾ, ਇੱਕ ਲਾਈਟ ਹਾਰਟਡ ਮੂਵਮੈਂਟ ਹੈ, ਕੋਈ ਗੱਲ ਨਹੀਂ ਹੈ।
ਉਹ ਕੀ ਪਤਾ ਇਨਫੋਰਮਲ ਗੱਲ ਹੋਵੇ, ਪ੍ਰੈਸ ਕਾਨਫਰੰਸ ਤੋਂ ਬਾਅਦ ਗੱਲ ਕਰ ਰਹੇ ਹੁਣ ਉਹ ਨਾਰਮਲੀ ਪੱਤਰਕਾਰਾਂ ਨਾਲ ਵੀ ਹੁਣ ਹੋ ਗਈ, ਆਪਾਂ ਠੀਕ ਹੈ ਸਵਾਲ ਪੁੱਛ ਲਏਗੇ। ਇਹ ਤਾਂ ਕਿਸੇ ਨੂੰ ਨਹੀਂ ਪਤਾ ਨਾ ਕਿਸ ਕੰਟੈਕਸਟ 'ਚ ਉਦੋਂ ਕੀ ਮਾਹੌਲ ਸੀਗਾ, ਨਾ ਕੋਈ ਕਲੈਰੀਫਾਈ ਕਰ ਰਿਹਾ ਹੈਗਾ। ਇਹ ਆਪਣੇ ਆਪ 'ਚ ਬਹੁਤ ਵੱਡੀ ਤਰਾਸਦੀ ਹੈ। ਹੁਣ ਉਹ ਉਹਨਾਂ ਦੇ ਉੱਤੇ ਤਾਂ ਕਮੈਂਟਸ ਆਣੇ ਸ਼ੁਰੂ ਹੋ ਗਏ ਨੇ, ਪਰ ਕੋਈ ਵੀ ਇੱਕ ਇਨਫੋਰਮਲ ਗੱਲਬਾਤ ਹੋ ਰਹੀ ਸੀ, ਵੈਸੇ ਹਾਸੇ ਠੱਠੇ ਕਰ ਰਹੇ, ਇਹ ਕੋਈ ਮਾੜੀ ਗੱਲ ਨਹੀਂ ਹੈ, ਸਭ ਨੂੰ ਅਧਿਕਾਰ ਹੈ। ਪਰ ਜਿਸ ਤਰ੍ਹਾਂ ਉਹ ਪ੍ਰੋਪੋਗੈਂਡਾ ਹੋ ਰਿਹਾ ਹੈ, ਜਿਸ ਤਰ੍ਹਾਂ ਲੋਕ ਜਿਹੜੇ ਹੈਗੇ ਆ ਉਹ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਗੱਲਬਾਤ ਕਰ ਰਹੇ ਵੀ ਜਿਹੜੇ ਪੰਥਕ ਕਮਿਟਮੈਂਟਸ ਦੇ ਉੱਤੇ ਲੀਡਰ ਖੜੇ ਹੋਣੇ ਚਾਹੀਦੇ ਸੀ, ਚਾਹੇ ਉਹ ਸਿੱਖ ਲੀਡਰਸ਼ਿਪ ਹੈ, ਅਕਾਲੀ ਦਲ ਦੀ ਲੀਡਰਸ਼ਿਪ ਹੈ ਜਾਂ ਕੋਈ ਵੀ, ਉਹ ਤਾਂ ਭੁੱਲ ਹੀ ਗਏ ਸਾਰੇ ਨਿੱਜੀ ਪੋਲਿਟਿਕਸ। ਚੁੱਕਣ ਤੁਸੀਂ ਪ੍ਰੋਪੋਗੈਂਡਾ ਦੀ ਗੱਲ ਕੀਤੀ ਹੈ, ਹੁਣ ਸਾਨੂੰ ਪਤਾ ਹੈ ਕਿ ਸਾਡੀ ਵੀਡੀਓ ਇਸ ਵੇਲੇ ਜਿਹੜੇ ਲੋਕ ਦੇਖ ਰਹੇ ਨੇ, ਅਸੀਂ ਜਾਣਬੁੱਝ ਕੇ ਜੇ ਕੋਈ ਚੀਜ਼ ਹਾਈਲਾਈਟ ਕਰਾਂਗੇ ਕਿ ਸਾਡਾ ਮਕਸਦ ਹੈ ਕਿ ਅਸੀਂ ਉਸ ਚੀਜ਼ ਨੂੰ ਵਾਇਰਲ ਕਰਨਾ ਚਾਹੁੰਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਬੜੇ ਪੜ੍ਹੇ ਲਿਖੇ, ਬੜੇ ਇੱਕ ਸਮਝਦਾਰ, ਉਹ ਇੱਕ ਜਥੇਦਾਰ ਜਦੋਂ ਹੁੰਦੇ ਸੀ ਉਦੋਂ ਵੀ ਮੰਨੇ ਜਾਂਦੇ ਸੀ, ਹਾਲਾਂਕਿ ਹਜੇ ਵੀ ਉਹਨਾਂ ਦੇ ਕੋਲ ਜ਼ਿੰਮੇਵਾਰੀ ਤਾਂ ਹੈ ਇੱਕ ਤਖਤ ਦੀ, ਪਰ ਸਾਰਿਆਂ ਨੂੰ ਪਤਾ ਸੀ ਕਿ ਮੀਡੀਆ ਦੇ ਕੈਮਰੇ ਉਸ ਵੇਲੇ ਚੱਲ ਰਹੇ ਨੇ ਔਰ ਸਾਰੀ ਦੁਨੀਆ ਦੀਆਂ ਨਜ਼ਰਾਂ ਉਹਨਾਂ ਤੇ ਲੱਗੀਆਂ ਹੋਈਆਂ ਨੇ ਕਿ ਫਰਸਟ ਰਿਐਕਸ਼ਨ ਉਹਨਾਂ ਦਾ ਕੀ ਹੋਵੇਗਾ। ਜਿਹੜਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਦਿੱਲੀ ਦੇ ਨਾਲ ਤਾਂ ਸਾਡੀ ਪੱਕੀ ਯਾਰੀ ਹੈ, ਖਾਸ ਮੁੱਦਾ ਉਸ ਚੀਜ਼ ਦਾ ਬਣਾਇਆ ਜਾ ਰਿਹਾ ਹੈ ਕਿ ਰਾਘਵ ਚੱਡਾ ਦੀ ਮੰਗਣੀ ਦੇ ਕਰਕੇ ਤਾਂ ਤੁਹਾਡਾ ਸਭ ਤੋਂ ਪਹਿਲਾਂ ਵਿਵਾਦ ਚੱਲ ਰਿਹਾ ਹੈ, ਬੜੇ ਸਾਰੇ ਸਵਾਲ ਉੱਠ ਰਹੇ ਨੇ, ਪਰ ਤੁਸੀਂ ਅੱਜ ਕਹਿ ਰਹੇ ਹੋ ਕਿ ਦਿੱਲੀ ਦੇ ਨਾਲ ਸਾਡੀ ਯਾਰੀ ਹੈ, ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਹੱਸ ਰਹੇ ਹੋ, ਉਹ ਚੀਜ਼ ਦੇ ਉੱਪਰ ਸਵਾਲ ਖੜੇ ਹੋ ਗਏ ਕਿ ਰਾਜੋਆਣਾ ਜੇਲ੍ਹ ਦੇ ਵਿੱਚ ਬੈਠੇ ਨੇ, ਉਹਨਾਂ ਨੇ ਉੱਥੋਂ ਲੈਟਰ ਜਾਰੀ ਕਰ ਦਿੱਤਾ, ਉਹਨਾਂ ਦੀ ਭੈਣ ਨੇ ਉਸ ਨੂੰ ਪੇਸ਼ ਕੀਤਾ, ਬਲਜੀਤ ਸਿੰਘ ਦਾਦੂਵਾਲ ਹੋ ਗਏ, ਮੁਤਵਾਜੀ ਜਥੇਦਾਰ ਹੋ ਗਏ, ਅਕਾਲੀ ਦਲ ਨੂੰ ਮੌਕਾ ਮਿਲ ਗਿਆ ਇੱਕ ਵਾਰ ਫਿਰ ਤੋਂ ਕਹਿੰਦਾ ਕਿ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਸਮਥਿੰਗ ਇਜ਼ ਰੋਂਗ, ਇਸ ਵਿਅਕਤੀ ਨੂੰ ਇੱਥੇ ਨਹੀਂ ਹੋਣਾ ਚਾਹੀਦਾ। ਦੇਖੋ ਇਹ ਤੁਹਾਡੇ ਸਵਾਲ 'ਚ ਹੀ ਜਵਾਬ ਹੈ। ਅਕਾਲੀ ਦਲ ਨੂੰ ਮੌਕਾ ਮਿਲ ਗਿਆ, ਅਕਾਲੀ ਦਲ ਦਾ ਮੌਕਾ ਲੱਭ ਰਿਹਾ ਸੀ, ਉਹ ਤਾਂ ਖੁੰਝੇ ਲੱਗੇ ਪਏ ਨੇ ਸਾਰੀ ਕੰਟਰੋਵਰਸੀ ਦੇ ਉੱਤੇ, ਗੁਰਬਾਣੀ ਦੇ ਪ੍ਰਸਾਰਣ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਜਿਹੜੀ ਬਦਲ ਕੀਤੀ ਗਈ ਹੈ ਜਥੇਦਾਰ ਦੀ, ਉਹ ਸਭ ਤੋਂ ਜ਼ਿਆਦਾ ਨੁਕਸਾਨ ਕਿਹਨੂੰ ਹੋਇਆ ਕਿ ਲੋਕਾਂ ਦੇ ਮਨਾਂ ਹੋਰ ਕੌਣ ਲਿਆ? ਜੇ ਉਹ 3 MLA ਤੇ ਖੜੇ ਆ, 2 ਤੇ ਖੜੇ ਆ, ਉਸ ਤੋਂ ਬਾਅਦ ਉਹ 0 ਤੇ ਵੀ ਜਾਣ ਵਾਲੀ ਕਗਾਰ ਤੇ ਇਸ ਸਾਰੇ ਕੰਟਰੋਵਰਸੀ ਤਾਣੇ ਬਾਣੇ ਕਰਕੇ ਹੀ ਆਏ ਨੇ। ਤੁਸੀਂ ਆਪਣੇ ਆਪ ਦੇ ਹਿਸਾਬ ਲਾਓ, ਅਕਾਲੀ ਦਲ ਇੰਨਾ ਖੁੱਡਣ ਲੱਗਿਆ ਹੋਇਆ, ਉਹਦੇ ਇੰਨੀ ਰੈਲੀਵੈਂਸ ਨੂੰ ਖਤਰਾ ਹੋ ਗਿਆ ਜਸਟ ਬਿਕੋਜ਼ ਆਫ ਵਨ ਫੈਮਿਲੀ ਹੈ। ਜਿਸ ਤਰ੍ਹਾਂ ਉਹਨਾਂ ਦੀ ਅਪਰੋਚ ਇਸ ਪਾਰਟਿਕੂਲਰ ਹੈ ਕਿ ਨੈਸ਼ਨ ਵਾਈਡ ਰੀਜਨਲ ਪਾਰਟੀਆਂ ਦੀ ਮੀਟਿੰਗ ਹੁੰਦੀ ਹੈ, ਨੈਸ਼ਨਲ ਪਾਰਟੀਆਂ ਦੀ ਮੀਟਿੰਗ ਹੁੰਦੀ ਹੈ, ਤੇ ਜਿਨ੍ਹਾਂ ਨੇ ਅਕਾਲੀ ਦਲ ਨੇ ਫੈਡਰਲਿਜ਼ਮ ਦੀ ਲੜਾਈ ਲੜੀ ਸੀ, ਸਭ ਤੋਂ ਮੂਹਰੇ ਹੁੰਦਾ ਸੀ ਰੀਜਨਲ ਪਾਰਟੀਆਂ, ਰੀਜਨਲ ਸਟੇਟਸ ਦੇ ਹੱਕ ਰੱਖਣ ਦੇ, ਉਹਨਾਂ ਨੂੰ ਉਸ ਮੀਟਿੰਗ ਸੱਦਿਆ ਵੀ ਨਹੀਂ ਗਿਆ, ਉਸ ਚੀਜ਼ ਦੇ ਪਾਰਟਿਸਿਪੇਟ ਵੀ ਨਹੀਂ ਕੀਤਾ ਉਹਨਾਂ ਨੇ। ਕਿਤੇ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ, ਉਹ ਜਾਂਦੇ ਸੀ, ਉਹ ਇਕੱਠਾ ਮੋਬਿਲਾਈਜ਼ ਕਰਦੇ ਸੀ, ਉਹ ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਸੀ ਸੈਂਟਰ ਦੇ ਅੰਦਰ, ਤੇ ਉਹਨਾਂ ਦੇ ਖਿਲਾਫ ਇੱਕ ਜਿਹੜੀ ਧਿਰ ਹੁੰਦੀ ਸੀ ਉਸ ਦੀ ਬੈਕਬੋਨ ਹੁੰਦੇ ਸੀ, ਉਹ ਅਕਾਲੀ ਦਲ ਹੁੰਦਾ ਸੀ। ਅਕਾਲੀ ਦਲ ਨੂੰ ਸੱਦਿਆ ਵੀ ਨਹੀਂ ਗਿਆ, ਤੇ ਅਕਾਲੀ ਦਲ ਇੱਥੇ ਇੱਕ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਨਿਭਾ ਚੁੱਕੇ ਨੇ, ਸੇਵਾ ਕਰ ਚੁੱਕੇ ਨੇ, ਉਹਨਾਂ ਦੇ ਉੱਤੇ ਵੀ ਉਹਨਾਂ ਦੀ ਕਿਵੇਂ ਨਾ ਕਿਵੇਂ ਖਿੱਲੀ ਉੱਡ ਜੇ, ਉਸ ਦੇ ਉੱਤੇ ਧਿਆਨ ਹੈਗਾ। ਇਹ ਕੋਈ ਜੇ ਦੇਖਿਆ ਜਾਵੇ ਇੱਕ ਸੋਸ਼ਲ ਮੀਡੀਆ ਤੇ ਮੈਨੂੰ ਲੱਗ ਰਿਹਾ ਇੱਕ ਪ੍ਰੋਪੋਗੈਂਡਾ। ਹਾਂ, ਜੇ ਆਪਾਂ ਗੱਲ ਇਹ ਜ਼ਰੂਰ ਕਹਿ ਸਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਥੋੜਾ ਜਿਹਾ ਕੇਅਰਫੁਲ, ਜ਼ਿਆਦਾ ਕੌਨਸ਼ੀਅਸ ਹੋ ਜਾਂਦੇ, ਪਰ ਹਾਸਾ ਮਜ਼ਾਕ ਜਾਂ ਸਟੈਰਿਕਲ ਫਾਰਮ 'ਚ ਜੇ ਉਹਨਾਂ ਨੇ ਕੋਈ ਗੱਲ ਕਹੀ ਹੈ, ਕਿਸ ਨੂੰ ਕਹੀ ਹੈ, ਉਹ ਵੀ ਸਮਝਣ ਦੀ ਲੋੜ ਹੈ। ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਇੰਨੇ ਜ਼ਿਆਦਾ ਕਹਿ ਲਓ ਵੀ ਤਿੱਖੇ ਤਰੀਕੇ ਨਾਲ ਜਾਂ ਕਹਿ ਲਓ SGPC ਤੇ ਵਾਰ ਕੀਤੇ ਨੇ, ਉਹਨਾਂ ਵਾਰ ਵੀ ਕੀਤੇ ਆ, ਅਕਾਲੀ ਦਲ ਤੇ ਵੀ ਕੀਤੇ ਆ, ਉਹਨਾਂ ਨੇ ਬਹੁਤ ਵੈਲਿਡ ਪੁਆਇੰਟਸ ਚੱਕੇ ਨੇ। ਉਹਦੇ ਉੱਤੇ ਧਿਆਨ ਨਾ ਜਾਵੇ ਤਾਂ ਇਸ ਦੇ ਉੱਤੇ ਧਿਆਨ ਆ ਜੇ, ਉਹ ਗੱਲ ਹੈ। ਦੂਜੇ ਪਾਸੇ ਅਸੀਂ ਸ਼ੁਕਰਮਨ ਨੇ ਗੱਲ ਕਰ ਲੈਣੇ ਕਿ ਹਾਸੇ ਦੇ ਵਿੱਚ ਉਹ ਕਈ ਚੁਭਵੀਆਂ ਗੱਲਾਂ ਵੀ ਕਹਿ ਗਏ ਨੇ ਤੇ ਸਭ ਨੂੰ ਸਾਫ਼ ਸਮਝ ਆ ਰਿਹਾ ਸੀ। ਉਹ ਸਾਫ਼ ਤੌਰ ਤੇ ਕਹਿੰਦੇ ਮੈਂ ਪਹਿਲਾਂ ਹੀ ਇੱਕ ਗੱਲ ਕਹੀ ਸੀ ਕਿ ਜਿਸ ਦਿਨ ਮੇਰੇ ਤੇ ਪ੍ਰੈਸ਼ਰ ਆਇਆ ਮੈਂ ਉਸ ਦਿਨ ਇੱਥੋਂ ਚਲਾ ਜਾਵਾਂਗੇ, ਤੇ ਕਹਿੰਦੇ ਮੈਂ ਘਰ ਚਲਾ ਗਿਆ। ਯਾਨੀ ਕਿ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਮੈਂ ਸਵੈ ਇੱਛਾ ਦੇ ਨਾਲ ਇਹ ਜਿਹੜਾ ਅਹੁਦਾ ਹੈ ਉਹ ਛੱਡਿਆ, ਪਰ ਦੂਜੇ ਪਾਸੇ ਉਹਨਾਂ ਦਾ ਇਹ ਬਿਆਨ ਉਹਨਾਂ ਚਰਚਾਵਾਂ ਦੇ ਉੱਪਰ ਇੱਕ ਸਵਾਲ ਜਾਂ ਫਿਰ ਕਹਿ ਲਓ ਕਿ ਮੋਹਰ ਲਾਉਂਦਾ ਨਜ਼ਰ ਆ ਰਿਹਾ ਕਿ ਪ੍ਰੈਸ਼ਰ ਤਾਂ ਬਣ ਰਿਹਾ ਸੀ, ਜਿੰਨੀ ਦੇਰ ਬਰਦਾਸ਼ਤ ਹੋਇਆ ਠੀਕ ਹੈ, ਜਦੋਂ ਬਰਦਾਸ਼ਤ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਹੈ ਤੁਸੀਂ ਸੰਭੋ। ਉਹਨੇ ਕਬੂਲ ਲਿਆ ਵੀ ਮੇਰੇ ਤੇ ਪ੍ਰੈਸ਼ਰ ਸੀਗਾ। ਦੇਖੋ ਇਹ ਢੰਗ ਹੁੰਦਾ, ਆਪਾਂ ਪਹਿਲਾਂ ਵੀ ਉਹੀ ਗੱਲ ਕਹੀ ਹੈ, ਜਦੋਂ ਭਗਵੰਤ ਸਿੰਘ ਮਾਨ ਦਾ ਟਕਰਾਅ ਚੱਲਿਆ ਸੀ ਜਾਂ SGPC ਵੱਲੋਂ ਉਹਨਾਂ ਨੂੰ ਫੈਸਲਾ ਕਿਹਾ ਗਿਆ ਸੀ ਉਹਨੂੰ ਬਦਲ ਦਿੱਤਾ ਜਾਊਗਾ, ਆਪਾਂ ਉਦੋਂ ਵੀ ਆਪਣੇ ਸੈਗਮੈਂਟ 'ਚ ਗੱਲ ਕਹੀ ਸੀ, ਉਹਨਾਂ ਨੂੰ ਗੱਲ ਕਹਿਣ ਦਾ ਢੰਗ ਹੈ, ਉਹਨਾਂ ਨੂੰ ਬਾਲਾ ਉਸ ਚੀਜ਼ ਦਾ ਕਹਿਣ ਦਾ ਵੀ ਕਿਵੇਂ ਗੱਲ ਕਹਿਣੀ ਹੈ, ਕਿਵੇਂ ਆਰਟੀਕੂਲੇਟ ਕਰਨੀ ਹੈ, ਉਹਦਾ ਪੋਲੀਟੀਕਲੀ ਰੈਪਰਕਸ਼ਨ ਕਿਵੇਂ ਹਾਰਮਫੁਲ ਹੋ ਸਕਦਾ, ਜਿਹੜਾ ਉਹਨਾਂ ਵਿਰੋਧ 'ਚ ਖੜਾ ਹੈ। ਇਹ ਆਪਣੇ ਆਪ 'ਚ ਬਹੁਤ ਵੱਡੀ ਇੱਕ ਤੁਸੀਂ ਕਹਿ ਰਹੇ ਹੋ ਸਕਿੱਲ ਹੁੰਦੀ ਹੈ, ਪੋਲੀਟੀਕਲ ਸਕਿੱਲ। ਤਾਂ ਉਹਨਾਂ ਨੇ ਉਵੇਂ ਹੀ ਕਰਤੀ। ਇੱਕ ਪਾਸੇ ਉਹ ਕਹਿ ਗਏ ਵੀ ਮੈਂ ਤਾਂ ਆਪਣੀ ਮਨਜ਼ੂਰੀ ਨਾਲ ਦਿੱਤਾ ਹੈ, ਮੈਂ ਕਹਿ ਗਿਆ ਸੀ ਚੀਫ ਸੈਕਟਰੀ ਨੂੰ ਬੁਲਾ ਕੇ ਵੀ ਮੈਂ ਛੱਡਣ ਨੂੰ ਤਿਆਰ ਹੈ, SGPC ਆਪਣਾ ਫੈਸਲਾ ਕਰ ਲੇ, ਪਰ ਨਾਲ ਉਹਨਾਂ ਨੇ ਇੰਗਲੈਂਡ ਦੀ ਇੰਟਰਵਿਊ ਦਾ ਹਵਾਲਾ ਦੇ ਕੇ ਕਹਿਤਾ ਵੀ ਮੈਂ ਉਦੋਂ ਕਿਹਾ ਸੀ ਜੇ ਮੇਰੇ ਤੇ ਕੋਈ ਪੋਲੀਟੀਕਲ ਦਬਾਅ ਬਣਦਾ ਹੋਇਆ ਜਾਂ ਇਹੋ ਜਿਹਾ ਕੁਝ ਹੁੰਦਾ ਫਿਰ ਮੈਂ ਛੱਡ ਦੂੰਗਾ, ਤੇ ਮੈਂ ਘਰ ਚਲਾ ਗਿਆ। ਇਹ ਤਰੀਕਾ ਉਹਨਾਂ ਦਾ ਕਹਿਣ ਦਾ ਵੀ ਮੇਰੇ ਤੇ ਪੋਲੀਟੀਕਲ ਪ੍ਰੈਸ਼ਰ ਸੀ, ਇਸ਼ਾਰਾ ਕੀਤਾ ਉਹਨਾਂ ਨੇ। ਉਹ ਕੌਣ ਸੀ, ਕਿੱਧਰੋਂ ਸੀ, ਕਿਉਂਕਿ ਉਹ
ਕੀ ਗੱਲ ਕਰ ਰਹੇ ਸੀਗੇ। ਅੱਜ ਸਾਰੇ ਪਾਸੇ ਗੱਲਾਂ ਹੋ ਰਹੀਆਂ ਨੇ ਵੀ ਮੋਨੋਪੋਲੀ ਤੋੜੀ ਜਾਵੇ ਗੁਰਬਾਣੀ ਦੀ। ਹੁਣ ਉਹ ਸੋਧ ਕਰ ਦਿੱਤੀ, ਅਮੈਂਡਮੈਂਟ ਕੀਤੀ ਹੈ ਸਿੱਖ ਗੁਰਦੁਆਰਾ ਐਕਟ ਦੇ ਅੰਦਰ, ਉਹ ਲਾਅ ਬਣੇ ਨਾ ਬਣੇ ਉਹਦੇ ਚ ਵੀ ਐਸਜੀਪੀਸੀ ਨੂੰ ਘੇਰ ਗਏ ਨੇ। ਕਹਿੰਦੇ ਜਿਹੜੀ ਸਿਚੁਏਸ਼ਨ ਅੱਜ ਬਣੀ ਹੈ ਉਹ ਬੜੀ ਅਨਫੋਰਚੂਨੇਟ ਹੈ, ਕਹਿੰਦੇ ਨਹੀਂ ਹੋਣੀ ਚਾਹੀਦੀ ਸੀ, ਪਰ ਕਹਿੰਦੇ ਜੇ ਪਹਿਲਾਂ ਹੀ ਸੰਭਾਲ ਲਈ ਗਈ ਹੁੰਦੀ ਸਥਿਤੀ, ਯਾਨੀ ਐਸਜੀਪੀਸੀ ਵੱਲ ਇਸ਼ਾਰਾ ਸੀ ਕਿ ਜੇ YouTube ਚੈਨਲ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੁੰਦਾ ਜਾਂ ਫਿਰ ਜੇ ਪਹਿਲਾਂ ਹੀ ਟੈਂਡਰ ਕੱਢੇ ਗਏ ਹੁੰਦੇ ਕਿ ਸਾਰਿਆਂ ਨੂੰ ਰਾਈਟ ਮਿਲਣਗੇ, ਤੇ ਅੱਜ ਸ਼ਾਇਦ ਵਿਧਾਨ ਸਭਾ ਦੇ ਵਿੱਚ ਗੁਰਬਾਣੀ ਦਾ ਮਸਲਾ ਇਸ ਕਦਰ ਨਾ ਜਾਂਦਾ। ਬਿਲਕੁਲ ਸਹੀ ਗੱਲ ਹੈ। ਇੱਕ ਤਾਂ ਇਹ ਮਸਲਾ ਹੋ ਗਿਆ, ਇਹਦੇ 'ਚ ਆਪਾਂ ਦੇਖ ਲਿਆ ਤੁਸੀਂ ਲਿੰਗਰ ਆਨ ਕਰਦੇ ਗਏ, ਉਹਦੀ ਕੌਨਸੀਕੁਐਂਸਿਸ ਕਿੰਨੇ ਮਾੜੇ ਨਿਕਲ ਰਹੇ ਨੇ। ਜਿਹੜੀਆਂ ਧਿਰਾਂ ਜਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਖਾਸ ਤੌਰ ਤੇ ਸਿੱਧੇ ਤੌਰ ਤੇ ਗੱਲ ਕਰੀਏ, ਦੇਖੋ ਗੱਲ ਇਹ ਹੈ ਵੀ ਭਗਵੰਤ ਸਿੰਘ ਮਾਨ ਕੱਲ ਨੂੰ ਲਾਅ ਬਣਦਾ ਨਹੀਂ ਬਣਦਾ ਉਹ ਗੱਲ ਲਹਿਦਾ ਹੈ, ਉਹ ਵੱਖਰੀ ਹੈ, ਪਰ ਗੱਲ ਇਹ ਹੈ ਉਹਨਾਂ ਨੇ ਇੱਕ ਪੋਲੀਟੀਕਲ ਓਪਰਚੁਨਿਟੀ ਦਿਖੀ, ਉਹਨਾਂ ਨੇ ਉਸ ਨੂੰ ਇਨਕੈਸ਼ ਕੀਤਾ। ਉਹਨਾਂ ਨੇ ਲੋਕਾਂ 'ਚ ਤਾਂ ਬਿਠਾਤਾ ਨਾ ਵੀ ਇਹ ਮੋਨੋਪੋਲੀ ਹਟਣੀ ਚਾਹੀਦੀ ਹੈ ਇੱਕ ਚੈਨਲ ਦੀ, ਆਪਣਾ ਪੋਲੀਟੀਕਲ ਸਕੋਰ ਕਰ ਗਏ ਨਾ ਉਹ ਕੱਲ ਨੂੰ ਕਹਿਣ ਜੋਗੇ ਹੋ ਗਏ ਲੋਕਾਂ ਜਾ ਕੇ ਵੀ ਇਸ ਤਰ੍ਹਾਂ ਆਇਆ ਕੀਤਾ। ਉਹ ਹੋਵੇ ਨਾ ਹੋਵੇ ਉਹ ਸੈਕੰਡਰੀ ਹੈ। ਸੈਕੰਡ ਆਫ ਆਲ ਬੇਅਦਬੀ ਹੁੰਦੀ ਹੈ, ਬਰਗਾੜੀ ਕਾਂਡ ਹੁੰਦਾ ਹੈਗਾ, ਉਦੋਂ ਅਕਾਲੀ ਦਲ ਵੱਲੋਂ ਬਹੁਤ ਸਾਰਾ ਪ੍ਰੈਸ਼ਰ ਬਣਾਇਆ, ਬਹੁਤ ਵੱਖ-ਵੱਖ ਲੀਡਰ ਕਹਿੰਦੇ ਸਾਨੂੰ ਅੰਦਰੋਂ ਵੀ ਗੱਲਾਂ ਆਉਂਦੀਆਂ ਵੀ ਕਮੇਟੀ 'ਚ ਗੱਲਾਂ ਹੁੰਦੀਆਂ ਵੀ ਸਾਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ, ਵੀ ਸਾਡੇ ਸਰਕਾਰ 'ਚ ਜਾਣੇ ਅਣਜਾਣੇ ਸਾਡੇ ਤੋਂ ਗਲਤੀਆਂ ਹੋ ਗਈਆਂ, ਉਦੋਂ ਨਹੀਂ ਕੀਤੀ ਗਈ, ਉਹ ਡਿਲੇ ਕਰਦੇ ਗਏ। ਤੇ ਫਿਰ ਹੁਣ ਅੱਜ ਸੁਖਬੀਰ ਸਿੰਘ ਬਾਦਲ ਸਭ ਨੂੰ ਸੱਦਾ ਵੀ ਦਿੰਦੇ ਨੇ, ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਨੇ ਵੀ ਆ ਜਾਓ, ਸਾਡੇ ਤੋਂ ਗਲਤੀਆਂ ਹੋਈਆਂ ਆਪਾਂ ਸੁਲਝਾ ਲਾਂਗੇ। ਜੇ ਸਾਡੇ ਤੋਂ ਜਦੋਂ ਬਾਦਲ ਸਾਹਿਬ ਦਾ ਭੋਗ ਸੀਗਾ ਉਦੋਂ ਵੀ ਉਹਨਾਂ ਨੇ ਕਿਹਾ ਵੀ ਜੇ ਸਾਡੇ ਤੋਂ ਸਾਡੀ ਸਰਕਾਰ ਦੌਰਾਨ ਵੈਸੇ ਭੁੱਲ ਚੁੱਕ ਹੋਈ ਹੈ, ਕੋਈ ਗਲਤੀਆਂ ਹੋ ਗਈਆਂ ਤਾਂ ਅਸੀਂ ਮਾਫੀ ਮੰਗਦੇ ਹਾਂ। ਮਤਲਬ ਕਿ ਹੁਣ ਕਰ ਰਹੇ ਹੋ, ਟਾਈਮ ਲੰਘ ਗਿਆ, ਹੁਣ ਜੋ ਜਮਾਂ ਹੀ ਖੁੱਡ ਲੈਣ ਲੱਗ ਰਹੇ ਨੇ, ਜਾਂ ਤੁਸੀਂ ਕਹਿ ਲਓ ਵੀ ਇੱਕ ਤਰ੍ਹਾਂ ਤੋਂ ਰੈਲੀਵੈਂਸ ਦੀ ਜਿਹੜੀ ਉਹਨਾਂ ਜੋ ਇੱਕ ਇਤਿਹਾਸ ਹੈ ਇਹਨਾਂ ਵਿੱਚ ਸਾਸੀ ਜ਼ਮੀਨ ਗਵਾ ਲਈ ਆ, ਉਸ ਨੂੰ ਲੈ ਕੇ ਜੋ ਹੋ ਰਿਹਾ ਉਦੋਂ ਤੁਸੀਂ ਕਰ ਰਹੇ ਹੋ। ਇਹ ਸੇਮ ਕੇਸ ਜੇ ਤੁਸੀਂ ਦੇਖੋ, ਇੱਕ ਗੱਲ ਇਹਦਾ ਪੋਲੀਟੀਕਲ ਤੋਂ ਇੱਕ ਅੱਡ ਐਗਜ਼ਾਮਪਲ ਵੀ ਦੇ ਦਿੰਦੇ ਆ। ਗੁਰਦਾਸ ਮਾਨ ਦਾ ਕੇਸ ਹੋਇਆ ਸੀ, ਜਦੋਂ ਉਹਨਾਂ ਨੇ ਕਿਹਾ ਇੱਕ ਬਿਆਨ ਦਿੱਤਾ ਸੀ, ਉਸ ਤੋਂ ਤੁਰੰਤ ਬਾਅਦ ਉਹ ਚੀਜ਼ ਮਾਫੀ ਨਹੀਂ ਆਉਂਦੀ, ਉਹ ਗਾਣਿਆਂ ਦੇ ਰੂਪ ਤੋਂ ਬਾਅਦ ਬਹੁਤ ਦੇਰ ਚ ਆਉਂਦੀ ਹੈ। ਇੰਨੇ ਨੂੰ ਤਾਂ ਨੈਰੇਟਿਵ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਅੰਦਰ ਸਿਰਜਿਆ ਜਾਂਦਾ ਹੈ, ਉਹ ਲੋਕਾਂ ਦੇ ਮਨਾਂ 'ਚ ਗੱਲ ਬੈਠ ਜਾਂਦੀ ਹੈ, ਉਹ ਲੋਕ ਫਿਰ ਇਰੈਲੀਵੈਂਟ ਕਰਦੇ ਨੇ। 50 ਸਾਲ ਦਾ ਕਰੀਅਰ 1 ਮਿੰਟ 'ਚ ਇੱਕ ਗੱਲ ਕਹੇ ਤੇ ਉਹ ਤਹਿਸ-ਨਹਿਸ ਹੋ ਗਿਆ। ਉਹ ਆਏ ਉਹਨਾਂ ਨੂੰ ਹੁਣ ਸ਼ੋਅ ਕਰ ਲਓ ਜਾਂ ਵੈਸੇ ਕਰ ਲਓ, ਉਸ ਤਰ੍ਹਾਂ ਦੀ ਐਕਸੈਪਟੈਂਸ ਲੋਕਾਂ 'ਚ ਨਹੀਂ ਮਿਲ ਰਹੀ, ਲੋਕ ਉਹਨਾਂ ਨੂੰ ਨਹੀਂ ਐਕਸੈਪਟ ਕਰ ਰਹੇ। ਤਾਂ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਨੇ, ਇਹਨਾਂ ਦੇ ਲੌਂਗ ਟਰਮ ਕੌਨਸੀਕੁਐਂਸਿਸ ਕੀ ਹੁੰਦੇ ਨੇ ਉਹ ਦੇਖਣ ਵਾਲੀਆਂ ਗੱਲਾਂ ਹੈਗੀਆਂ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਇਹ ਸਾਰੀ ਚੀਜ਼ ਨੂੰ ਜਿਹੜੇ ਵਾਈਡਰ ਪਰਸਪੈਕਟਿਵ ਹੁੰਦਾ। ਹੁਣ ਦੂਜੇ ਪਾਸੇ ਹੁਣ ਕਿਉਂਕਿ ਅੱਜ ਵੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਨੇ, ਉਹਨਾਂ ਦੇ ਕੋਲ ਇਹ ਵੀ ਸਵਾਲ ਕੀਤਾ ਗਿਆ ਕਿ ਹੁਣ ਬਾਹਰਲੇ ਪਾਸੇ ਵੀ ਚਰਚਾਵਾਂ ਹੋ ਗਈਆਂ ਨੇ ਕਿ ਤੁਹਾਨੂੰ ਉੱਥੇ ਵੀ ਜਥੇਦਾਰ ਨਹੀਂ ਰਹਿਣਾ ਚਾਹੀਦਾ, ਤੇ ਉਹਨਾਂ ਨੇ ਬੜੇ ਹੱਸ ਕੇ ਵੈਸੇ ਕਿਹਾ, ਕਹਿੰਦੇ ਮੈਂ ਤਾਂ 1 ਮਿੰਟ ਦੇ ਵਿੱਚ ਅਹੁਦਾ ਛੱਡਣ ਦੇ ਲਈ ਤਿਆਰ ਹਾਂ। ਹੁਣ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਾਨੂੰ ਇਹ ਵੀ ਸੁਣਨ ਨੂੰ ਮਿਲੇ ਕਿ ਉਹਨਾਂ ਦੇ ਕੋਲ ਉਹ ਜਥੇਦਾਰ ਵੀ ਉੱਥੇ ਨਹੀਂ ਰਹੇ। ਫਿਰ ਸਵਾਲ ਇਹ ਵੀ ਉੱਠੇਗਾ ਕਿ ਉੱਥੇ ਵੀ ਸਵੈ ਇੱਛਾ ਸੀ ਜਾਂ ਫਿਰ, ਕਿਉਂਕਿ ਅਜੇ ਤੱਕ ਤਾਂ ਉਹਨਾਂ ਦੀ ਸਵੈ ਇੱਛਾ ਕੋਈ ਨਜ਼ਰ ਨਹੀਂ ਆਈ, ਪਰ ਇਹ ਜ਼ਰੂਰ ਉਹਨਾਂ ਨੇ ਹਿੰਟ ਦੇ ਦਿੱਤਾ ਕਿ ਹਾਂ ਜੇ ਮੈਨੂੰ ਕਿਹਾ ਜਾਵੇਗਾ ਤਾਂ ਮੈਂ 1 ਮਿੰਟ ਨਹੀਂ ਲਾਵਾਂਗਾ ਪਿੱਛੇ ਹੋਣ ਦੇ ਲਈ, ਤੇ ਕਹਿੰਦੇ ਮੈਨੂੰ ਉਹਦੇ ਵਿੱਚ ਕੋਈ ਮਲਾਲ ਵੀ ਨਹੀਂ ਹੈ। ਬਿਲਕੁਲ ਸਹੀ ਗੱਲ ਹੈ ਵੀ ਉਹਨਾਂ ਨੇ ਤਾਂ ਆਪਣਾ ਪੱਖ ਕਲੀਅਰ ਕਰ ਦਿੱਤਾ, ਆਪਣਾ ਸਟੈਂਡ ਕਲੀਅਰ ਕਰ ਦਿੱਤਾ, ਪਰ ਜੇ ਇਹੋ ਜਿਹਾ ਫੈਸਲਾ ਆ ਜਾਂਦਾ, ਪਹਿਲਾਂ ਤਾਂ ਇੱਕ ਤਾਂ ਅਕਾਲ ਤਖਤ ਸਾਹਿਬ ਵਾਲਾ ਜਿਹੜਾ ਫੈਸਲਾ ਹੈ ਉਹ ਬੁਰੀ ਤਰ੍ਹਾਂ ਉਹਦੇ ਪੋਲੀਟੀਕਲ ਰੈਪਰਕਸ਼ਨਸ ਹਜੇ ਕਰੰਟਲੀ ਜੋ ਦਿਖ ਰਿਹਾ ਵੀ ਉਹ ਨਿਕਲਣਗੇ, ਉਹਦੇ ਸਿੱਟੇ ਮਾੜੇ ਹੋਣਗੇ ਅਕਾਲੀ ਦਲ ਵਾਸਤੇ। ਤੇ ਜੇ ਇਹੋ ਜਿਹੀ ਗੱਲ ਉਹ ਹੋਰ ਕਰ ਲੈਂਦੇ ਆ, ਉਹ ਡਬਲ ਗਲਤੀ ਹੋ ਸਕਦੀ ਹੈ ਵੀ ਇੱਕ ਤੋਂ ਬਾਅਦ ਦੂਜੀ ਗਲਤੀ। ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ ਜਦੋਂ ਪਾਵਰ ਚੋਂ ਬਾਹਰ ਕਈ ਵਾਰ ਉਸ ਤਰ੍ਹਾਂ ਦੇ ਤੁਸੀਂ ਡਿਸੀਜਨ ਨਹੀਂ ਲੈ ਪਾਉਂਦੇ, ਮੱਤ ਮਾਰੀ ਜਾਂਦੀ ਹੈ। ਉਹੀ ਜੀ ਕੁਛ ਨਾ ਕਿਤੇ ਤੁਸੀਂ ਰੁਝਾਨ ਦੇਖ ਸਕਦੇ ਹੋ। ਇਹ ਅਸੀਂ ਨਹੀਂ ਕਹਿ ਰਹੇ ਕਿ ਸੋਸ਼ਲ ਮੀਡੀਆ ਤੇ ਅਕਾਲੀ ਦਲ ਦੇ ਇਨਰ ਸਰਕਲ ਦੇ ਜਿਹੜੇ ਬੰਦੇ ਆ, ਕੋਰ ਕਮੇਟੀਆਂ ਦੇ ਲੀਡਰ ਨੇ, ਆਫ ਦਾ ਰਿਕਾਰਡ ਨਾਲ ਗੱਲ ਕਰਕੇ ਦੇਖੋ, ਉਹੀ ਗੱਲ ਕਹਿੰਦੇ ਨੇ ਵੀ ਜੋ ਅਪਰੋਚ ਚੱਲ ਰਹੀ ਹੈ, ਜਿਸ ਦਿਸ਼ਾ ਜਾਇਆ ਜਾ ਰਿਹਾ ਉਹ ਸਹੀ ਨਹੀਂ ਹੈ, ਇਹ 'ਚ ਬਦਲਾਵ ਦੀ ਲੋੜ ਹੈ। ਕਿੰਨੀਆਂ ਕਮੇਟੀਆਂ ਬਣਾ ਕੇ ਰਿਪੋਰਟਾਂ ਪੇਸ਼ ਹੋ ਚੁੱਕੀਆਂ ਨੇ ਕਿ ਉਸ ਤਰ੍ਹਾਂ ਦੇ ਬਦਲ ਕੀਤੇ ਗਏ, ਬਦਲਾਵ ਕੀਤੇ ਗਏ, ਉਸ ਤਰ੍ਹਾਂ ਦੀ ਲੀਡਰਸ਼ਿਪ 'ਚ ਚੇਂਜ ਆ ਰਹੀ ਹੈ, ਨਹੀਂ ਆ ਰਹੀ। ਇਹ ਸਾਰੇ ਸਵਾਲ ਅਕਾਲੀ ਦਲ ਦੇ ਸਾਹਮਣੇ ਵੱਡੇ ਹੋ ਕੇ ਖੜੇ ਨੇ, ਹੁਣ ਉਹਨਾਂ ਦੇ ਉਹ ਸਿੱਟੇ ਵੀ ਦੇਖ ਰਹੇ ਨੇ। ਤੇ ਸਿੱਧੇ ਤੌਰ ਤੇ ਜਿਹੜੀ ਇਸ ਵੇਲੇ ਸਵਾਲ ਉੱਠ ਰਹੇ ਨੇ, ਕਿਉਂਕਿ ਅੱਜ ਤੱਕ ਬੜੀਆਂ ਸਾਰੀਆਂ ਪ੍ਰੈਸ ਕਾਨਫਰੰਸਿਸ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ, ਅੰਦਰ ਸਿੰਘ ਸਾਹਿਬਾਨਾਂ ਦੇ ਵੱਲੋਂ, ਐਚਪੀਸੀ ਦੇ ਵੱਲੋਂ ਮੀਟਿੰਗਸ ਹੋਈਆਂ ਨੇ। ਇਸ ਤਰ੍ਹਾਂ ਦਾ ਖੁੱਲਾ ਮਾਹੌਲ ਕਿਸੇ ਵੀ ਮੀਟਿੰਗ ਦੇ ਵਿੱਚ ਅੱਜ ਤੱਕ ਨਜ਼ਰ ਨਹੀਂ ਆਇਆ। ਮਾੜਾ ਮੋਟਾ ਹਾਸਾ ਮਜ਼ਾਕ ਚੱਲਦਾ ਰਹਿੰਦਾ, ਪੱਤਰਕਾਰਾਂ ਦੇ ਵੱਲੋਂ ਵੀ ਕਈ ਵਾਰ ਇਸ ਤਰ੍ਹਾਂ ਦੇ ਸਵਾਲ ਕਰ ਲਏ ਜਾਂਦੇ ਨੇ, ਪਰ ਇਹ ਜਿਸ ਤਰ੍ਹਾਂ ਦੀ ਜਿਹੜੀ 1-2 ਉਹਨਾਂ ਦੀਆਂ ਵੀਡੀਓਜ਼ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਉਹ ਬਹੁਤ ਹੀ ਜ਼ਿਆਦਾ ਖੁੱਲ ਕੇ ਹੱਸਦੇ ਨਜ਼ਰ ਆ ਰਹੇ ਨੇ, ਔਰ ਕਹਿ ਵੀ ਰਹੇ ਨੇ ਕਿ
ਜਿੰਨਾ ਰਿਲੈਕਸ ਕਹਿੰਦੇ ਮੈਂ ਅੱਜ ਆਪਣੇ ਆਪ ਨੂੰ ਫੀਲ ਕਰ ਰਿਹਾ ਵਾਂ ਉਹਨਾਂ ਕਹਿੰਦੇ ਮੈਂ ਕਦੇ ਵੀ ਨਹੀਂ ਕੀਤਾ ਸੀਗਾ। ਉਹ ਮੰਨਦੇ ਨੇ ਕਿ ਹਾਂ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਤੇ 4.5 ਸਾਲ ਤੱਕ ਇਸ ਪ੍ਰੈਸ਼ਰ ਦੇ ਨਾਲ ਡੀਲ ਵੀ ਕੀਤਾ ਸ਼ੁਭਕਰਮਨ, ਪਰ ਕਹਿੰਦੇ ਨੇ ਨਾ ਕਿ ਇੱਕ ਹੱਦ ਹੁੰਦੀ ਹੈ। ਪਰ ਹੁਣ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਇਹ ਹੱਦ ਵੱਧ ਗਈ ਸੀ, ਇਹ ਐਸਜੀਪੀਸੀ ਦੇ ਵੱਲੋਂ ਇੰਨੀ ਵਧਾਈ ਗਈ ਜਾਂ ਪਿੱਛੇ ਸਿਆਸੀ ਪਾਰਟੀ ਦਾ ਦਖਲ ਇੰਨਾ ਜ਼ਿਆਦਾ ਵੱਧ ਗਿਆ ਜਾਂ ਫਿਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਸੀ ਉਹਨਾਂ ਦੇ ਕਰਕੇ ਫੈਸਲਾ ਲਿਆ ਗਿਆ, ਜਿਸ ਦੇ ਵਿੱਚੋਂ ਇਹ ਸਵਾਲ ਉੱਠ ਰਹੇ ਨੇ ਕਿ ਹਾਂ ਵੀ ਤੁਸੀਂ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਗਏ, ਤੁਸੀਂ ਕਾਂਗਰਸ ਦੇ ਵਿਆਹ ਹੁੰਦੇ ਨੇ ਤਾਂ ਉਹਨਾਂ ਦੇ ਮੁੰਡਿਆਂ ਦੀਆਂ ਤੁਸੀਂ ਅਰਦਾਸਾਂ ਕਰਨ ਦੇ ਲਈ ਜਾਂਦੇ ਹੋ। ਉਹਨਾਂ ਨੇ ਖੁਦ ਮੰਨਿਆ, ਕਹਿੰਦੇ ਹਾਂ ਤੁਹਾਡੀ ਨਿੱਜੀ ਜ਼ਿੰਦਗੀ ਵੱਖਰੀ ਹੋ ਸਕਦੀ ਹੈ ਅੰਟਿਲ ਅਨਲੈਸ ਤੁਸੀਂ ਪੰਥ ਦੇ ਨਾਲ ਪੂਰੇ ਸੱਚੇ ਹੋਣੇ ਚਾਹੀਦੇ। ਔਰ ਕਹਿੰਦੇ ਮੈਂ ਖੜਾ ਵਾਂ ਪੂਰੀ ਤਰ੍ਹਾਂ। ਇਹ ਕਿਹਦੀ ਲਾਈਨ ਨਹੀਂ ਟੋਕ ਕੀਤੀ? ਜੇ ਆਪਾਂ ਗੱਲਬਾਤ ਦੇਖੀਏ, ਇਹ ਸਾਰੇ ਜਿਹੜੇ ਇਨਸੀਡੈਂਟਸ ਦੱਸੇ ਜਾ ਰਹੇ ਆ ਜਾਂ ਜਿਸ ਚੀਜ਼ ਦਾ ਮਸਲਾ ਖੜਿਆ ਕੀਤਾ ਗਿਆ, ਚਰਚਾ ਹੋ ਰਹੀ ਹੈ, ਇਹ ਕਿਹਨੂੰ ਨਹੀਂ ਪਸੰਦ ਆਊਗਾ? ਅਕਾਲੀ ਦਲ ਦੀ ਲੀਡਰਸ਼ਿਪ ਨੂੰ। ਉਹ ਤਾਂ ਸਭ ਨੂੰ ਓਪਨ ਨਹੀਂ ਮਿਲ ਰਿਹਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੇ ਉਹਨਾਂ ਕੋਈ ਮਿਲਣ ਆਉਂਦਾ ਹੈ ਜਾਂ ਉਹਨਾਂ ਕੋਈ ਸੱਦਾ ਪੱਤਰ ਦੇ ਦਿੰਦਾ ਹੈਗਾ ਕਿ ਉਹ ਮਨਾ ਕਰ ਦੇਣ ਵੀ ਮੈਂ ਤਾਂ ਆਉਂਦਾ ਨਹੀਂ, ਨਾ ਮੈਨੂੰ ਮਿਲਣ ਆਇਓ। ਉਹਨਾਂ ਨੇ ਸਾਫ਼ ਤੌਰ ਤੇ ਕਹਤਾ ਹੀ ਵਿਰਸਾ ਸਿੰਘ ਵਲਟੋਆ ਨੂੰ ਬਣਾ ਦਿਓ ਜਥੇਦਾਰ। ਉਹਨਾਂ ਨੇ ਉਸ ਚੀਜ਼ 'ਚ ਉਹਨਾਂ ਨੂੰ ਤਿੱਖਾ ਬਿਆਨ ਦਿੱਤਾ ਵੀ ਜੇ ਦਲੇਰੀ ਦੀ ਹੀ ਗੱਲ ਹੈ, ਜੇ ਬਾਣੀ ਦੀ ਉਹਨੂੰ ਕਹਿੰਦੇ ਵੀ ਸਮਝ ਨਹੀਂ ਹੋਣੀ ਜੇ ਕੱਲ, ਫਿਰ ਤਾਂ ਉਹਨਾਂ ਨੂੰ ਬਣਾ ਦਿਓ। ਉਹ ਬੈਸਟ ਕਰ ਸਕਦੇ, ਉਹ ਬਹੁਤ ਦਲੇਰ ਨੇ। ਨਾਲੇ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੁਸੀਂ ਕਹਿ ਰਹੇ ਹੋ ਪੋਲੀਟੀਕਲ ਅਟੈਕ ਬੜਾ ਜ਼ਬਰਦਸਤ ਕੀਤਾ। ਵਿਰਸਾ ਸਿੰਘ ਵਲਟੋਆ ਦਾ ਕੀ ਜਵਾਬ ਦੇ ਸਕਦੇ ਨੇ? ਉਹਨਾਂ ਨੂੰ ਖੜਾ ਕਰਤਾ ਕਿ ਕਟੇ ਦੇ ਵਿੱਚ ਵੀ ਫਿਰ ਸਾਂਭੋ ਜ਼ਿੰਮੇਵਾਰੀ। ਤਾਂ ਹੁਣ ਗੱਲ ਤਾਂ ਇਹੀ ਹੈ ਵੀ ਇਹ ਸਾਰੀਆਂ ਚੀਜ਼ਾਂ ਅਕਾਲੀ ਦਲ ਨੂੰ ਨਹੀਂ ਪਸੰਦ ਆ ਰਹੀਆਂ ਸੀ, ਉਹਨਾਂ ਲੀਡਰਸ਼ਿਪ ਨੂੰ ਪਸੰਦ ਨਹੀਂ ਆ ਰਹੀਆਂ ਸੀਗੀਆਂ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਸਭ ਦੇ ਹੈਗੇ ਨੇ ਜਥੇਦਾਰ, ਜੇ ਉਹਨਾਂ ਨੂੰ ਕੋਈ ਮਿਲਣ ਆਉਂਦਾ ਜਾਂ ਉਹਨਾਂ ਨੂੰ ਕੋਈ ਬੁਲਾਉਂਦਾ ਨਿਮਰਤਾ ਨਾਲ ਵੀ ਤੁਸੀਂ ਆਇਓ, ਜ਼ਰੂਰ ਆਇਓ, ਤਾਂ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਇਹ ਖਾਮ-ਖਾਂ ਦੇਖੋ ਮੁੱਦੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਦੇ ਉੱਤੇ ਲੋਕਾਂ ਦਾ ਧਿਆਨ ਨਾ ਜਾਵੇ, ਲੋਕ ਉਹਨਾਂ ਨੂੰ ਸਮਝ ਨਾ ਪਾਉਣ, ਉਹਦੇ ਉੱਤੇ ਲੀਡਰਾਂ ਨੂੰ ਸਵਾਲ ਨਾ ਕਰ ਸਕਣ, ਤਾਂ ਕਰਕੇ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਨੇ, ਜਿਹੜੀਆਂ ਇਰੈਲੀਵੈਂਟ ਗੱਲਾਂ ਨੇ, ਉਹਨਾਂ ਨੂੰ ਖੜਾ ਕਰ ਦਿੱਤਾ ਵੱਡੇ ਮਸਲੇ ਬਣਾ ਕੇ, ਇੱਕ ਬੰਦੇ ਨੂੰ ਇੰਡੀਵਿਜੂਅਲੀ ਟਾਰਗੇਟ ਕਰਕੇ। ਵੱਡੇ ਮਸਲਿਆਂ ਤੋਂ ਧਿਆਨ ਭਟਕ ਜੇ। ਜਿਹੜੇ ਸਰਬ ਸਾਂਝੇ ਮਸਲੇ ਨੇ ਪੰਥ ਦੇ, ਉਹਨਾਂ ਉੱਤੇ ਕਿੰਨੀ ਚਰਚਾ ਹੋ ਰਹੀ ਹੈ? ਕੋਈ ਨਹੀਂ ਕਰ ਰਿਹਾ ਨਾ। ਉਹਦੇ ਤੇ ਜੇ ਕੋਈ ਕਰਦਾ ਤਾਂ ਇੰਡੀਵਿਜੂਅਲੀ ਬੰਦੇ ਨੂੰ ਅਟੈਕ ਕਰਕੇ ਉਹਦੇ ਉੱਤੇ ਫੋਕਸ ਕਰ ਦਿੱਤਾ ਜਾਂਦਾ। ਉਹੀ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਤਾਂ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਤਾਂ ਆਪਣਾ ਪਹਿਲਾ ਬਿਆਨ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਦੇ ਦਿੱਤਾ ਹੈ। ਸਿੱਧੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਸਵੈ ਇੱਛਾ ਦੇ ਨਾਲ ਇਹ ਅਹੁਦਾ ਛੱਡਿਆ ਹੈ। ਪਰ ਦੂਜੇ ਪਾਸੇ ਜੋ ਪ੍ਰੈਸ਼ਰ ਦੀ ਗੱਲ ਉਹਨਾਂ ਨੇ ਕਹੀ ਹੈ, ਉਹ ਸਾਫ਼ ਤੌਰ ਤੇ ਸਵਾਲ ਵੀ ਖੜੇ ਕਰਦੀ ਸੀ ਕਿ ਆਖਿਰਕਾਰ ਕਿਹੜਾ ਪ੍ਰੈਸ਼ਰ ਇੰਨਾ ਵੱਧ ਰਿਹਾ ਸੀ, ਕਿਹਦੇ ਵੱਲੋਂ ਪ੍ਰੈਸ਼ਰ ਇੰਨਾ ਵੱਧ ਰਿਹਾ ਸੀ। ਜਵਾਬ ਬੇਸ਼ੱਕ ਲੋਕ ਜਾਣਦੇ ਵੀ ਨੇ, ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਹੋਰ ਖੁੱਲ੍ਹ ਕੇ ਇਸ ਮੁੱਦੇ ਦੇ ਉੱਪਰ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਾਂ ਸਿੱਧੇ ਤੌਰ ਤੇ ਜੋ ਕਿਸੇ ਦਾ ਨਾਮ ਲੈਂਦੇ ਨੇ, ਤਾਂ ਜ਼ਾਹਿਰ ਜੀ ਗੱਲ ਹੈ ਕਿ ਇੱਕ ਪਾਰਟੀ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਉੱਪਰ ਐਸਜੀਪੀਸੀ ਤੇ ਵੀ ਕਈ ਸਵਾਲ ਖੜੇ ਹੋ ਜਾਂਦੇ ਨੇ। ਸ਼ੁਭਕਰਮਨ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਅੰਮ੍ਰਿਤ।